ਡਾਕਟਰ ਸਰੂਪ ਸਿੰਘ ਮਰਵਾ ਦੀ ਪੁਸਤਕ ਚਿੰਤਾ ਰੋਗ ਕਾਰਨ ਤੇ ਉਪਾਅ ਦਾ ਅਗਲਾ ਅੰਗ ਹੈ। ਚਿੰਤਾ ਦਾ ਉਪਾਅ ਮਰੀਜ਼ ਨੂੰ ਮਰੀਜ਼ ਸਮਝ ਕੇ ਨਹੀਂ ਬਲਕਿ ਇਨਸਾਨ ਸਮਝ ਕੇ ਉਹਦਾ ਇਲਾਜ ਕਰੋ। Do not treat your patient as a case but treat him as a man। ਅਮਰੀਕਾ ਦੇ ਪ੍ਰਸਿੱਧ ਮਨੋਵਿਗਿਆਨੀ ਪ੍ਰੋਫੈਸਰ ਵਿਲੀਅਮ ਜੇਮਸ ਲਿਖਦੇ ਹੈ, ਦੁਨੀਆ 'ਚ ਹਰ ਆਦਮੀ ਖੁਸ਼ੀ ਹਾਸਲ ਕਰਨ ਦਾ ਯਤਨ ਕਰਦਾ ਹੈ। ਖੁਸ਼ੀ ਪ੍ਰਾਪਤ ਕਰਨ ਦਾ ਕੇਵਲ ਇੱਕ ਹੀ ਰਾਹ ਹੈ, ਉਹ ਹੈ ਆਪਣੇ ਵਿਚਾਰਾਂ 'ਤੇ ਕਾਬੂ ਪਾਉਣਾ। ਮਨੁੱਖ ਦੀ ਖੁਸ਼ੀ ਕੇਵਲ ਬਾਹਰ ਦੇ ਵਾਤਾਵਰਨ 'ਤੇ ਨਿਰਭਰ ਨਹੀਂ, ਇਹਦਾ ਮਨੁੱਖ ਦੇ ਅੰਦਰ ਨਾਲ ਕਾਫੀ ਸੰਬੰਧ ਹੈ। ਇਸ ਬਾਰੇ ਗੁਰੂ ਨਾਨਕ ਦਾ ਇੱਕ ਕਥਨ ਪੰਜਾਬੀ ਦੀ ਇੱਕ ਪ੍ਰਸਿੱਧ ਅਖੌਤ ਬਣ ਗਿਆ। ਮਨੁੱਖ ਚਿੰਤਾ ਤੋਂ ਛੁਟਕਾਰਾ ਤਾਂ ਹੀ ਪਾ ਸਕਦਾ ਹੈ ਜੇ ਉਹ ਆਪਣੇ ਵਿਚਾਰਾਂ 'ਤੇ ਕਾਬੂ ਪਾ ਲਵੇ। ਜਿਸ ਮਨੁੱਖ ਦੇ ਵਿਚਾਰ ਆਪਣੇ ਕਾਬੂ 'ਚ ਹਨ, ਉਹ ਚਿੰਤਾ ਰੋਗ ਦਾ ਬਹੁਤ ਘੱਟ ਸ਼ਿਕਾਰ ਹੁੰਦਾ ਹੈ। ਉਹਦਾ ਜੀਵਨ ਇੱਕ ਬੜਾ ਪ੍ਰਸੰਨ ਜੀਵਨ ਹੁੰਦਾ ਹੈ, ਪਰ ਚਿੰਤਾਵਾਨ ਦੇ ਵਿਚਾਰ ਉਹਦੇ ਆਪਣੇ ਕਾਬੂ 'ਚ ਨਹੀਂ ਹੁੰਦੇ, ਇਸ ਲਈ ਉਹਦਾ ਜੀਵਨ ਦੁੱਖਾਂ ਨਾਲ ਭਰਿਆ ਹੁੰਦਾ ਹੈ। ਮਨ ਜੀਤੇ ਜਗ ਜੀਤ। ਚਿੰਤਾਵਾਨ ਨੂੰ ਆਮ ਤੌਰ 'ਤੇ ਆਖਿਆ ਜਾਂਦਾ ਹੈ ਕਿ ਉਹ ਚਿੰਤਾ ਕਰਨੀ ਤੇ ਡਰਨਾ ਛੱਡ ਦੇ। ਖਿਆਲ ਇਹ ਕੀਤਾ ਜਾਂਦਾ ਹੈ ਕਿ ਉਹ ਜਾਣ ਬੁੱਝ ਕੇ ਡਰਦਾ ਤੇ ਚਿੰਤਾ ਕਰਦਾ ਹੈ, ਤੇ ਜੇ ਉਹ ਚਾਹੇ ਤਾਂ ਚਿੰਤਾ ਕਰਨੀ ਛੱਡ ਸਕਦਾ ਹੈ, ਪਰ ਇਹ ਗੱਲ ਠੀਕ ਨਹੀਂ। ਚਿੰਤਾ ਇੱਕ ਗਧੀ ਗੇੜ ਹੈ। ਭੈੜੇ ਵਿਚਾਰਾਂ ਨਾਲ ਭੈੜੀਆਂ ਤਰੰਗਾਂ ਪੈਦਾ ਹੁੰਦੀਆਂ। ਭੈੜੀਆਂ ਤਰੰਗਾਂ ਸਰੀਰ ਦੇ ਪ੍ਰਾਣ ਅੰਗਾਂ ਵਾਈਟਲ ਆਰਗਨਸ ਦੀ ਹਰਕਤ ਨੂੰ ਤੇਜ਼ ਕਰਦੀਆਂ। ਪ੍ਰਾਣ ਅੰਗਾਂ ਦੀ ਤੇਜ਼ ਹਰਕਤ ਨਾਲ ਮਨੁੱਖ 'ਚ ਕਈ ਸਰੀਰਕ ਚਿੰਨ੍ਹ ਪੈਦਾ ਹੋ ਜਾਂਦੇ ਹੈ। ਇਹ ਚਿੰਨ੍ਹ ਉਸ ਅੰਦਰ ਹੋਰ ਵਧੇਰੇ ਡਰ ਤੇ ਚਿੰਤਾ ਪੈਦਾ ਕਰਦੇ ਹੈ। ਇਸ ਡਰ ਤੇ ਚਿੰਤਾ ਨਾਲ ਪ੍ਰਾਣ ਅੰਗਾਂ ਦੀ ਹਰਕਤ ਹੋਰ ਵੀ ਤੇਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਗਧੀ ਗੇੜ ਕਦੇ ਖਤਮ ਹੋਣ 'ਚ ਨਹੀਂ ਆਉਂਦੀ। ਦਰਅਸਲ ਚਿੰਤਾ ਕਰਨਾ ਦਿਮਾਗ ਦੀ ਪੁੱਠੀ ਤੇ ਗਲਤ ਵਰਤੋਂ ਹੈ। ਅਸੀਂ ਪਿੱਛੇ ਦੱਸ ਆਏ ਹਾਂ ਕਿ ਮਨੁੱਖ ਦਾ ਜੀਵਨ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦੇ ਉਹਦੇ ਵਿਚਾਰ ਜਾਂ ਤਰੰਗਾਂ ਹੁੰਦੀਆਂ। ਚੰਗੇ ਵਿਚਾਰਾਂ ਤੇ ਚੰਗੀਆਂ ਤਰੰਗਾਂ ਤੋਂ ਖੁਸ਼ੀ ਮਿਲਦੀ ਹੈ, ਭੈੜੇ ਵਿਚਾਰਾਂ ਤੇ ਭੈੜੀਆਂ ਤਰੰਗਾਂ ਤੋਂ ਦੁੱਖ ਤੇ ਬਿਮਾਰੀ। ਇਸ ਗੱਲ ਨੂੰ ਇਸ ਤਰ੍ਹਾਂ ਵੀ ਪ੍ਰਗਟ ਕੀਤਾ ਜਾ ਸਕਦਾ ਹੈ, ਚੰਗੇ ਵਿਚਾਰ ਮਤਲਬ ਪ੍ਰਸੰਨ ਜੀਵਨ, ਭੈੜੇ ਵਿਚਾਰ ਮਤਲਬ ਦੁਖੀ ਜੀਵਨ। ਚਿੰਤਾਵਾਨ ਨੂੰ ਕਿਉਂਕਿ ਹਰ ਵੇਲੇ ਭੈੜੇ ਵਿਚਾਰ ਹੀ ਆਉਂਦੇ ਰਹਿੰਦੇ ਹੈ, ਇਸ ਲਈ ਉਹਦਾ ਜੀਵਨ ਬੜਾ ਦੁਖਦਾਈ ਹੁੰਦਾ ਹੈ। ਭੈੜੇ ਵਿਚਾਰ ਕਈ ਕਿਸਮ ਦੇ ਹੁੰਦੇ ਆ, ਪਰ ਇਹਨਾਂ ਸਾਰਿਆਂ 'ਚ ਇੱਕ ਚੀਜ਼ ਸਾਂਝੀ ਤੇ ਇੱਕੋ ਜਿਹੀ ਹੁੰਦੀ ਹੈ, ਉਹ ਹੈ ਭੈੜੀਆਂ ਤਰੰਗਾਂ। ਇਹ ਸਰੀਰ ਦੇ ਪ੍ਰਾਣ ਅੰਗਾਂ ਦੀ ਹਰਕਤ ਨੂੰ ਤੇਜ਼ ਬਦਲ ਦਿੰਦੀਆਂ ਤੇ ਮਨੁੱਖ ਨੂੰ ਤਰੰਗੀ ਰੋਗ ਇਮੋਸ਼ਨਲ ਇਲਨੈਸ ਲਾ ਦਿੰਦੀਆਂ। ਸਧਾਰਨ ਸ਼ਬਦਾਂ 'ਚ ਤਰੰਗੀ ਰੋਗਾਂ ਦਾ ਦੂਜਾ ਨਾਂ ਚਿੰਤਾ ਰੋਗ ਹੈ। ਇਹੀ ਵਜ੍ਹਾ ਹੈ ਕਈ ਲੋਕ ਧਨ ਦੌਲਤ ਤੇ ਹੋਰ ਕਈ ਤਰ੍ਹਾਂ ਦੀਆਂ ਨਿਆਮਤਾਂ ਕੋਲ ਹੋਣ ਦੇ ਬਾਵਜੂਦ ਵੀ ਦੁਖੀ ਰਹਿੰਦੇ ਹੈ। ਇਸ ਲਈ ਜੇ ਕਿਸੇ ਮਨੁੱਖ ਨੇ ਜੀਵਨ ਦਾ ਆਨੰਦ ਲੈਣਾ ਹੈ ਤੇ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਉਸ ਲਈ ਇਹ ਜ਼ਰੂਰੀ ਹੈ ਕਿ ਆਪਣੇ ਮਨ 'ਚ ਭੈੜੇ ਵਿਚਾਰਾਂ ਦੀ ਥਾਂ 'ਤੇ ਚੰਗੇ ਵਿਚਾਰ ਲਿਆਉਣੇ ਸਿੱਖੇ। ਵਿਚਾਰ ਸੰਬੰਧ ਐਸੋਸੀਏਸ਼ਨ ਆਫ ਆਈਡੀਆਜ਼। ਚਿੰਤਾ ਦਾ ਉਪਾਅ ਦੱਸਣ ਤੋਂ ਪਹਿਲਾਂ ਅਸੀਂ ਵਿਚਾਰਾਂ ਦੇ ਆਪਸ ਦੇ ਸੰਬੰਧ ਬਾਰੇ ਕੁਝ ਜਾਣਕਾਰੀ ਕਰਵਾਉਣਾ ਚਾਹੁੰਦੇ ਹਾਂ। ਇੱਕ ਕੁਦਰਤ ਦਾ ਅਜਿਹਾ ਕਾਨੂੰਨ ਹੈ, ਫਿਨੋਮੇਨਾ, ਜਿਸ ਨਾਲ ਇੱਕ ਵਿਚਾਰ ਆਪਣੇ ਮਿਲਦੇ ਜੁਲਦੇ ਸਿਮਿਲਰ ਵਿਚਾਰਾਂ ਨੂੰ ਪੈਦਾ ਕਰਦਾ ਹੈ। ਇਸ ਤਰ੍ਹਾਂ ਇੱਕ ਵਿਚਾਰ ਆਪਸ ਵਿੱਚ ਮਿਲਦੇ ਜੁਲਦੇ ਬਹੁਤ ਸਾਰੇ ਵਿਚਾਰਾਂ ਨੂੰ ਆਪਣੇ ਨਾਲ ਮਿਲਾ ਕੇ ਇੱਕ ਲੰਬੀ ਲੜੀ ਦਾ ਰੂਪ ਧਾਰਨ ਕਰ ਲੈਂਦਾ ਹੈ। ਮਿਸਾਲ ਦੇ ਤੌਰ 'ਤੇ ਰੱਸੀ ਵੇਖ ਕੇ ਸਾਨੂੰ ਸੱਪ ਯਾਦ ਆਉਂਦਾ ਹੈ, ਜੰਝ ਵੇਖ ਕੇ ਸਾਨੂੰ ਆਪਣੇ ਵਿਆਹ ਦਾ ਦਿਹਾੜਾ ਚੇਤੇ ਆ ਜਾਂਦਾ ਹੈ, ਨਿੱਕੇ ਜਿਹੇ ਬੂਟ ਵੇਖ ਕੇ ਤੁਹਾਨੂੰ ਆਪਣੇ ਨੰਨੇ ਮੁੰਨੇ ਦਾ ਖਿਆਲ ਆਉਂਦਾ ਹੈ। ਅਮਰੀਕਾ ਦੇ ਮਸ਼ਹੂਰ ਲੇਖਕ ਅਲੈਕਸਿਸ ਔਸਬੋਰਨ ਆਪਣੀ ਮਸ਼ਹੂਰ ਕਿਤਾਬ ਯੋਰ ਕ੍ਰੀਏਟਿਵ ਪਾਵਰ ਵਿੱਚ ਵਿਚਾਰਾਂ ਦੇ ਸੰਬੰਧ ਬਾਰੇ ਆਪਣੀ ਬੜੀ ਸੋਹਣੀ ਨਿੱਜੀ ਮਿਸਾਲ ਦਿੰਦੇ। ਉਹ ਲਿਖਦੇ ਹੈ, ਇੱਕ ਵਾਰੀ ਮੈਂ ਆਪਣੇ ਦੰਦ ਦਿਖਾਉਣ ਲਈ ਇੱਕ ਦੰਦ ਸਾਜ਼ ਕੋਲ ਗਿਆ ਤੇ ਜਦੋਂ ਡਾਕਟਰ ਮੇਰੇ ਦੰਦ ਸਾਫ਼ ਕਰ ਰਿਹਾ ਸੀ ਤਾਂ ਮੇਰਾ ਹੱਥ ਅਚਨਚੇਤ ਹੀ ਨਾਲ ਲੱਗੀ ਰਬੜ ਦੀ ਨਾਲੀ ਨੂੰ ਜਾ ਲੱਗਾ, ਜਿਸ 'ਚੋਂ ਕਿ ਗੈਸ ਆਉਂਦੀ ਸੀ। ਇਹਨੂੰ ਛੂੰਹਦਿਆਂ ਮੈਨੂੰ ਖਿਆਲ ਆਇਆ, ਰਬੜ ਕਿੰਨਾ ਮੁਲਾਇਮ ਹੈ, ਬੱਚੇ ਦੀ ਗੱਲ ਵਾਂਗੂ ਜਾਪਦਾ। ਫਿਰ ਰਬੜ ਦੀ ਛੂਹ ਨੇ ਮੈਨੂੰ ਯਾਦ ਕਰਾਇਆ ਕਿ ਕਿਸ ਤਰ੍ਹਾਂ ਮੇਰਾ ਇੱਕ ਦੋਸਤ ਆਪਣੀ ਫੈਕਟਰੀ 'ਚ ਰਬੜ ਦੇ ਵੱਡੇ ਵੱਡੇ ਹਵਾਈ ਜਹਾਜ਼, ਤੋਪਾਂ ਤੇ ਟੈਂਕ ਬਣਾਉਂਦਾ ਸੀ। ਇਹਨਾਂ 'ਚ ਹਵਾ ਭਰ ਕੇ ਇੰਗਲੈਂਡ ਦੇ ਲੋਕ ਜਰਮਨਾਂ ਨੂੰ ਧੋਖਾ ਦੇਣ ਲਈ ਇਹਨਾਂ ਨੂੰ ਉੱਚੀਆਂ ਤੇ ਖੁੱਲ੍ਹੀਆਂ ਥਾਵਾਂ 'ਤੇ ਰੱਖ ਦਿੰਦੇ ਸੀ ਤਾਂ ਕਿ ਜਰਮਨ ਹਵਾਬਾਜ਼ਾਂ ਨੂੰ ਇਹ ਪਤਾ ਨਾ ਚੱਲ ਸਕੇ ਕਿ ਅਸਲ ਤੋਪਖਾਨਾ ਕਿੱਥੇ ਹੈ। ਇਹ ਸਾਰੇ ਵਿਚਾਰ ਨਿੱਕੀ ਜਿਹੀ ਰਬੜ ਦੀ ਨਾਲੀ ਤੋਂ ਲੈ ਕੇ
ਵੱਡੇ ਸਾਰੇ ਹਵਾਈ ਜਹਾਜ਼ ਤੱਕ ਮੇਰੇ ਮਨ 'ਚ ਕੁਝ ਸਕਿੰਟਾਂ 'ਚ ਹੀ ਆਏ। ਇਸ ਤਰ੍ਹਾਂ ਜਦੋਂ ਚਿੰਤਾਵਾਨ ਨੂੰ ਕੋਈ ਡਰ ਜਾਂ ਫਿਕਰ ਦਾ ਵਿਚਾਰ ਆਉਂਦਾ, ਉਸ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਡਰ ਤੇ ਫਿਕਰ ਦੇ ਹੋਰ ਵਿਚਾਰ ਉਹਦੇ ਮਨ 'ਚ ਆਪਣੇ ਆਪ ਹੀ ਆਈ ਤੁਰੇ ਜਾਂਦੇ ਹੈ। ਜੇ ਚਿੰਤਾਵਾਨ ਨੂੰ ਸਿਰ ਪੀੜ ਹੋਵੇ, ਉਹਨੂੰ ਆਪਣੇ ਦੋਸਤ ਦੇ ਪਿਤਾ ਦੀ ਦਿਮਾਗ ਵਿੱਚ ਕੈਂਸਰ ਨਾਲ ਹੋਈ ਮੌਤ ਯਾਦ ਆ ਜਾਂਦੀ ਹੈ। ਜੇ ਉਹਨੂੰ ਛਾਤੀ 'ਚ ਦਰਦ ਹੋ ਜਾਏ ਤਾਂ ਉਹਨੂੰ ਆਪਣੇ ਮਾਮੇ ਦੀ ਦਿਲ ਦੀ ਬਿਮਾਰੀ ਨਾਲ ਹੋਈ ਮੌਤ ਚੇਤੇ ਆ ਜਾਂਦੀ ਹੈ। ਅਤੇ ਜੇ ਉਹ ਬੱਸ ਜਾਂ ਗੱਡੀ 'ਚ ਸਫ਼ਰ ਕਰਨ ਲੱਗੇ ਤਾਂ ਉਹਨੂੰ ਉਸ ਰੇਲ ਐਕਸੀਡੈਂਟ ਦਾ ਖਿਆਲ ਆ ਜਾਂਦਾ ਜਿਹੜਾ 5 ਸਾਲ ਪਹਿਲਾਂ ਹੋਇਆ ਸੀ ਅਤੇ ਜਿਸ ਬਾਰੇ ਉਹਨੇ ਅਖਬਾਰ 'ਚ ਪੜ੍ਹਿਆ ਸੀ। ਜਦੋਂ ਕਿਸੇ ਦੀ ਮੌਤ ਦੀ ਖਬਰ ਦਿਲ ਫੇਲ ਹੋ ਜਾਣ ਦੇ ਕਾਰਨ ਸੁਣਦਾ ਹੈ, ਉਹਨੂੰ ਆਪਣੀ ਛਾਤੀ ਦੀ ਦਰਦ ਯਾਦ ਆ ਜਾਂਦੀ ਹੈ। ਖਿਆਲ ਆਉਂਦਾ ਹੈ ਕਿਤੇ ਉਹਦਾ ਵੀ ਹਾਰਟ ਫੇਲ ਨਾ ਹੋ ਜਾਏ। ਇਹਦੇ ਨਾਲ ਹੀ ਉਹਨੂੰ ਆਪਣੀ ਬੀਵੀ ਅਤੇ ਬੱਚਿਆਂ ਦਾ ਖਿਆਲ ਆ ਜਾਂਦਾ ਹੈ। ਫਿਰ ਉਹਦੀਆਂ ਅੱਖਾਂ ਦੇ ਸਾਹਮਣੇ ਇਹ ਦ੍ਰਿਸ਼ ਆਉਂਦਾ ਹੈ, ਮੇਰੀ ਬੀਵੀ ਪੈਸੇ ਤੋਂ ਤੰਗ ਹੈ, ਬੱਚੇ ਭੁੱਖੇ ਤੇ ਹਾਏ ਰੋਟੀ ਦੇ ਇੱਕ ਟੁਕੜੇ ਨੂੰ ਤਰਸ ਰਹੇ ਹੈ। ਇਹ ਖਿਆਲ ਆਉਣ 'ਤੇ ਉਹ ਭੈ-ਭੀਤ ਹੋ ਜਾਂਦਾ ਹੈ ਅਤੇ ਝਟਪਟ ਜਾ ਕੇ ਆਪਣਾ ਜੀਵਨ ਬੀਮਾ ਕਰਾ ਲੈਂਦਾ ਹੈ। ਇਹ ਹਨ ਕੁਝ ਕੁ ਮਿਸਾਲਾਂ ਵਿਚਾਰ ਸੰਬੰਧ ਦੀਆਂ। ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਹੁਣ ਅਸੀਂ ਚਿੰਤਾਵਾਨ ਦੇ ਦ੍ਰਿਸ਼ਟੀਕੋਣ ਨੂੰ ਲੈਂਦੇ ਹਾਂ। ਚਿੰਤਾਵਾਨ ਦਾ ਦ੍ਰਿਸ਼ਟੀਕੋਣ। ਜਦ ਅਸੀਂ ਚਿੰਤਾਵਾਨ ਨੂੰ ਆਖਦੇ ਹਾਂ, ਭਾਈ ਤੂੰ ਆਪਣੀਆਂ ਤਕਲੀਫਾਂ ਵੱਲ ਧਿਆਨ ਨਾ ਦੇ ਅਤੇ ਭੈੜੇ ਵਿਚਾਰਾਂ ਨੂੰ ਭੁੱਲ ਜਾ, ਉਹ ਕਹਿੰਦਾ, ਡਾਕਟਰ ਜੀ ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਵੀ ਡਰ, ਗਮ, ਫਿਕਰ ਦੇ ਖਿਆਲ ਮੇਰੇ ਮਨ 'ਚ ਨਾ ਆਉਣ, ਪਰ ਇਹ ਬਦੋ-ਬਦੀ ਆਈ ਤੁਰੀ ਜਾਂਦੇ ਆ। ਇਹ ਮੇਰੇ ਵੱਸ ਦੀ ਗੱਲ ਨਹੀਂ। ਮੈਂ ਬੜਾ ਯਤਨ ਕਰਦਾ ਕਿ ਇਹ ਮੇਰਾ ਪਿੱਛਾ ਛੱਡਣ ਅਤੇ ਇਹਨਾਂ ਦੀ ਥਾਂ 'ਤੇ ਕੁਝ ਸਮੇਂ ਲਈ ਚੰਗੇ ਅਤੇ ਖੁਸ਼ੀ ਭਰੇ ਵਿਚਾਰ ਆਉਣ, ਪਰ ਇੰਝ ਨਹੀਂ ਹੁੰਦਾ। ਚਿੰਤਾਵਾਨ ਦੀ ਇਹ ਗੱਲ 100% ਠੀਕ ਹੈ। ਕਿਸੇ ਦੇ ਗੁਨਾਹ ਨੂੰ ਮਾਫ਼ ਕਰਨਾ ਤਾਂ ਸੌਖਾ ਹੈ, ਪਰ ਉਹਦੀਆਂ ਵਧੀਕੀਆਂ, ਧੋਖੇਬਾਜ਼ੀਆਂ ਅਤੇ ਸਖਤੀਆਂ ਨੂੰ ਭੁੱਲਣਾ ਬਹੁਤ ਔਖਾ ਹੈ। ਭੈੜੇ ਵਿਚਾਰ ਹੋਰ ਭੈੜੇ ਵਿਚਾਰ ਨੂੰ ਪੈਦਾ ਕਰੀ ਤੁਰੀ ਜਾਂਦੇ ਹੈ। ਇਸ ਲਈ ਚਿੰਤਾਵਾਨ ਦੇ ਦ੍ਰਿਸ਼ਟੀਕੋਣ ਨੂੰ ਠੀਕ ਸਮਝਦੇ ਹੋਏ ਅਸੀਂ ਉਹ 'ਤੇ ਇਹ ਜ਼ੋਰ ਨਹੀਂ ਦਿੰਦੇ ਵੀ ਉਹ ਆਪਣੀਆਂ ਤਕਲੀਫਾਂ ਜਾਂ ਭੈੜੇ ਵਿਚਾਰਾਂ ਨੂੰ ਭੁੱਲਣ ਲਈ ਜ਼ੋਰ ਲਗਾਏ, ਕਿਉਂਕਿ ਜ਼ੋਰ ਲਗਾਉਣ ਨਾਲ ਸਰੀਰਕ ਖਿਚਾਓ ਮਤਲਬ ਟੈਨਸ਼ਨ ਹੋਰ ਵੱਧ ਜਾਏਗੀ। ਇਸ ਖਿਚਾਅ ਦੇ ਕਾਰਨ ਉਹਦੀਆਂ ਤਕਲੀਫਾਂ 'ਚ ਵਾਧਾ ਹੋ ਜਾਏਗਾ। ਅਸੀਂ ਉਹਨੂੰ ਇਹ ਰਾਏ ਦਿੰਦੇ ਹਾਂ ਕਿ ਉਹ ਭੈੜੇ ਵਿਚਾਰਾਂ ਦੀ ਥਾਂ 'ਤੇ ਚੰਗੇ ਵਿਚਾਰ ਲਿਆਉਣੇ ਸਿੱਖੇ। ਕਿਸੇ ਚੀਜ਼ ਨੂੰ ਸਿੱਖਣਾ ਕੋਈ ਔਖਾ ਕੰਮ ਨਹੀਂ। ਅਭਿਆਸ ਨਾਲ ਹਰ ਚੀਜ਼ ਸਿੱਖੀ ਜਾ ਸਕਦੀ ਹੈ। ਜਦੋਂ ਚਿੰਤਾਵਾਨ ਆਪਣੇ ਅੰਦਰ ਨਵੇਂ ਅਤੇ ਆਨੰਦਮਈ ਵਿਚਾਰ ਲਿਆਉਣੇ ਸਿੱਖ ਜਾਏਗਾ, ਭੈੜੇ ਵਿਚਾਰ ਆਪਣੇ ਆਪ ਖਤਮ ਹੋ ਜਾਣਗੇ। ਚੰਗੇ ਵਿਚਾਰਾਂ ਦੀ ਹਰ ਰੋਜ਼ ਦਾ ਅਭਿਆਸ ਭੈੜੇ ਵਿਚਾਰਾਂ ਦੀ ਥਾਂ ਲੈ ਲਏਗਾ ਅਤੇ ਚਿੰਤਾਵਾਨ ਦੇ ਜੀਵਨ ਨੂੰ ਪ੍ਰਸੰਨ ਅਤੇ ਭਰਪੂਰ ਬਣਾ ਦੇਵੇਗਾ। ਪਰ ਵਿਚਾਰਾਂ 'ਤੇ ਕਾਬੂ ਪਾਉਣ ਲਈ ਜ਼ਰੂਰੀ ਅਤੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਵਿਚਾਰਾਂ ਦੀ ਦੇਖਭਾਲ ਆਪ ਹੀ ਕਰਨੀ ਪਏਗੀ। ਤੁਸੀਂ ਇਹ ਧਿਆਨ ਰੱਖੋ ਕਿ ਭੈੜੇ ਵਿਚਾਰ ਤੁਹਾਨੂੰ ਕਿਸ ਵੇਲੇ ਆਉਂਦੇ ਹਨ। ਜਿਸ ਵੇਲੇ ਭੈੜੇ ਵਿਚਾਰ ਆਉਣ, ਤੁਸੀਂ ਉਸ ਵੇਲੇ ਉਹਨਾਂ ਦੀ ਥਾਂ 'ਤੇ ਚੰਗੇ ਵਿਚਾਰ ਆਪਣੇ ਮਨ 'ਚ ਲੈ ਆਓ। ਇਹ ਤੋਂ ਸਾਡਾ ਭਾਵ ਇਹ ਹੈ ਕਿ ਸਰੀਰ ਵਿੱਚ ਖਿਚਾਓ ਪੈਦਾ ਕਰਨ ਵਾਲੇ ਵਿਚਾਰਾਂ ਦੀ ਥਾਂ 'ਤੇ ਖੁਸ਼ੀ, ਸ਼ਾਂਤੀ, ਹਿੰਮਤ ਅਤੇ ਭਰੋਸੇ ਦੇ ਵਿਚਾਰ ਲੈ ਆਓ। ਇੰਝ ਕਰਨਾ ਕੋਈ ਬਹੁਤੀ ਔਖੀ ਗੱਲ ਨਹੀਂ, ਕੇਵਲ ਥੋੜ੍ਹੇ ਜਿਹੇ ਸਬਰ ਅਤੇ ਅਭਿਆਸ ਦੀ ਲੋੜ ਹੈ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਸਮੇਂ ਕਿਹੜੇ ਵਿਚਾਰ ਮਨ 'ਚ ਲਿਆਂਦੇ ਜਾਣ ਜਿਨ੍ਹਾਂ ਨਾਲ ਸਰੀਰਕ ਅਤੇ ਮਾਨਸਿਕ ਖਿਚਾਓ ਅਤੇ ਘਬਰਾਹਟ ਪੈਦਾ ਨਾ ਹੋਵੇ। ਇਸ ਮਕਸਦ ਲਈ ਤੁਸੀਂ ਆਪਣੀ ਜ਼ਿੰਦਗੀ ਦੇ ਚੰਗੇ ਤੋਂ ਚੰਗੇ ਸਮੇਂ ਵੱਲ ਧਿਆਨ ਦੇ ਸਕਦੇ ਹੋ। ਜਿਨ੍ਹਾਂ ਥਾਵਾਂ 'ਤੇ ਜਾ ਕੇ ਤੁਸੀਂ ਆਨੰਦ ਪ੍ਰਾਪਤ ਕੀਤਾ, ਉਹਨਾਂ ਥਾਵਾਂ ਨੂੰ ਯਾਦ ਕਰ ਸਕਦੇ ਹੋ। ਜੇ ਅਗਾਂਹ ਲਈ ਕੋਈ ਸੈਰ ਸਪਾਟੇ ਦਾ ਪ੍ਰੋਗਰਾਮ ਬਣਾਇਆ, ਉਸ ਵੱਲ ਧਿਆਨ ਦੇ ਸਕਦੇ ਹੋ। ਆਪਣੇ ਬਚਪਨ ਦੇ ਸਮੇਂ 'ਤੇ ਮਿੱਤਰਾਂ ਨੂੰ ਯਾਦ ਕਰ ਸਕਦੇ ਹੋ। ਜਿਸ ਸਕੂਲ ਜਾਂ ਕਾਲਜ 'ਚ ਪੜ੍ਹਦੇ ਰਹੇ ਹੋ, ਜੋ ਖੇਡਾਂ ਖੇਡਦੇ ਰਹੇ ਹੋ, ਉਹਨਾਂ ਨੂੰ ਯਾਦ ਕਰ ਸਕਦੇ ਹੋ। ਸਾਡੀ ਆਪਣੀ ਰਾਏ ਹੈ ਕਿ ਬਚਪਨ ਦੇ ਸਮੇਂ ਵੱਲ ਧਿਆਨ ਦੇਣਾ ਬਹੁਤ ਚੰਗਾ ਸਾਬਤ ਹੋਏਗਾ। ਇਹਦਾ ਕਾਰਨ ਇਹ ਹੈ ਕਿ ਬਚਪਨ ਦਾ ਸਮਾਂ ਜ਼ਿੰਮੇਵਾਰੀਆਂ ਤੋਂ ਮੁਕਤ ਹੁੰਦਾ ਹੈ। ਉਸ ਸਮੇਂ ਖਾਣ ਪੀਣ ਅਤੇ ਖੇਡਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ। ਇਹ ਸਮਾਂ ਭੈੜੀਆਂ ਤਰੰਗਾਂ, ਡਰ, ਫਿਕਰ, ਚਿੰਤਾ ਤੋਂ ਕਾਫੀ ਰਹਿਤ ਹੁੰਦਾ ਹੈ। ਇਸ ਲਈ ਜੇ ਇਸ ਸਮੇਂ ਵੱਲ ਧਿਆਨ ਦਿੱਤਾ ਜਾਏ ਤਾਂ ਵਧੇਰੇ ਲਾਭ ਹੋਏਗਾ। ਇਹ ਸਭ ਕੁਝ ਲਿਖਣ ਤੋਂ ਸਾਡਾ ਸੰਖੇਪ ਭਾਵ ਇਹ ਹੈ ਕਿ ਤੁਸੀਂ ਆਪਣਾ ਧਿਆਨ ਭੈੜੀਆਂ ਤਰੰਗਾਂ ਪੈਦਾ ਕਰਨ ਵਾਲੇ ਵਿਚਾਰਾਂ, ਡਰ, ਫਿਕਰ, ਚਿੰਤਾ ਤੋਂ ਹਟਾ ਕੇ ਉਸ ਪਾਸੇ ਵੱਲ ਲੈ ਜਾਓ ਜਿਸ ਤੋਂ ਚੰਗੇ ਵਿਚਾਰ ਅਤੇ ਚੰਗੀਆਂ ਤਰੰਗਾਂ ਪੈਦਾ ਹੋਣ। ਇਸ ਢੰਗ ਨਾਲ ਭੈੜੇ ਵਿਚਾਰਾਂ ਦੀ ਥਾਂ 'ਤੇ ਚੰਗੇ ਵਿਚਾਰ ਲਿਆਉਣ, ਸਬਸਟੀਟਿਊਸ਼ਨ ਆਫ ਥਾਟਸ ਨੂੰ ਅਸੀਂ ਚੇਤਨ ਵਿਚਾਰ ਸੰਜਮ, ਕੌਨਸ਼ੀਅਸ ਥਾਟ ਕੰਟਰੋਲ ਆਖਦੇ। ਇਹਦਾ ਭਾਵ ਹੈ ਸੂਝ ਬੂਝ ਨਾਲ ਵਿਚਾਰਾਂ ਨੂੰ ਆਪਣੇ ਵੱਸ 'ਚ ਰੱਖਣਾ।
ਭੈੜੇ ਵਿਚਾਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਚਿੰਤਾਵਾਨ ਲਈ ਇੱਕ ਬੜਾ ਚੰਗਾ ਤੇ ਕਾਮਯਾਬ ਰਾਹ ਹੈ। ਚੇਤਨ ਵਿਚਾਰ ਸੰਜਮ ਦਾ ਚਿੰਤਾਵਾਨ ਨੂੰ ਇਹ ਲਾਭ ਹੈ, ਜਦੋਂ ਡਰ, ਗਮ, ਫਿਕਰ, ਚਿੰਤਾ ਅਤੇ ਭੈੜੇ ਵਿਚਾਰਾਂ ਦੀ ਥਾਂ 'ਤੇ ਪਿਆਰ, ਭਰੋਸਾ, ਨੇਕੀ ਤੇ ਖੁਸ਼ੀ ਆਦਿ ਦੇ ਵਿਚਾਰ ਆਪਣੇ ਮਨ 'ਚ ਲੈ ਆਏਗਾ, ਤਾਂ ਉਹਦੇ ਅੰਦਰੋਂ ਭੈੜੀਆਂ ਤਰੰਗਾਂ ਦੀ ਬਜਾਏ ਚੰਗੀਆਂ ਤਰੰਗਾਂ ਨਿਕਲਣਗੀਆਂ। ਇਸ ਤਰ੍ਹਾਂ ਭੈੜੀਆਂ ਤਰੰਗਾਂ ਦੇ ਕਾਰਨ ਜੋ ਬਿਮਾਰੀਆਂ ਪੈਦਾ ਹੋ ਜਾਂਦੀਆਂ, ਉਹਨਾਂ ਤੋਂ ਬਚਿਆ ਰਹੇਗਾ ਤੇ ਚੰਗੀਆਂ ਤਰੰਗਾਂ ਤੋਂ ਜੋ ਚੰਗੀ ਸਿਹਤ ਮਿਲਦੀ ਹੈ, ਉਹਦਾ ਆਨੰਦ ਮਾਣੇਗਾ। ਇਸ ਮਕਸਦ ਨੂੰ ਹਾਸਲ ਕਰਨ ਲਈ ਥੋੜ੍ਹੀ ਖੇਚਲ ਕਰਨ ਦੀ ਲੋੜ ਹੈ, ਪਰ ਇਹ ਖੇਚਲ ਤੁਹਾਡੀ ਸਿਹਤ ਤੇ ਖੁਸ਼ੀ ਦੇ ਮੁਕਾਬਲੇ 'ਚ ਕੋਈ ਮੁੱਲ ਨਹੀਂ ਰੱਖਦੀ। ਇਸ ਲਈ ਇਸ ਰਾਹ 'ਤੇ ਤੁਹਾਨੂੰ ਹੁਣ ਤੋਂ ਹੀ ਚੱਲਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਕੰਮ ਨੂੰ ਅਗਾਂਹ 'ਤੇ ਪਾਉਣਾ, ਆਪਣੀ ਖੁਸ਼ੀ ਤੇ ਸੁੱਖਾਂ ਨੂੰ ਪਿੱਛਾਂ ਪਾਉਣਾ ਹੈ। ਚਿੰਤਾ ਤੋਂ ਛੁਟਕਾਰਾ ਪਾਉਣ ਲਈ ਇੱਕ ਹੋਰ ਗੱਲ ਵੀ ਬੜੀ ਜ਼ਰੂਰੀ ਹੈ। ਉਹ ਇਹ ਕਿ ਚਿੰਤਾਵਾਨ ਦੇ ਅੰਦਰ ਚਿੰਤਾ ਤੋਂ ਪਿੱਛਾ ਛੁਡਾਉਣ ਲਈ ਬੜੀ ਪੱਕੀ ਤੇ ਡੂੰਘੀ ਇੱਛਾ ਹੋਣੀ ਚਾਹੀਦੀ ਹੈ। ਇਹ ਤੋਂ ਬਿਨਾਂ ਚਿੰਤਾਵਾਨ ਦਾ ਆਪਣੇ ਇਰਾਦੇ 'ਚ ਸਫਲ ਹੋਣਾ ਅਸੰਭਵ ਹੈ। ਇੱਥੇ ਅਸੀਂ ਇਹ ਗੱਲ ਦੇਣਾ ਚਾਹੁੰਦੇ ਹਾਂ ਕਿ ਪਹਿਲਾਂ ਚਿੰਤਾਵਾਨ ਨੂੰ ਚੇਤਨ ਵਿਚਾਰ ਸੰਜਮ ਬੜਾ ਔਖਾ ਕੰਮ ਜਾਪੇਗਾ। ਉਹ ਅਨੁਭਵ ਕਰੇਗਾ ਕਿ ਇਸ 'ਚੋਂ ਸਫਲ ਨਹੀਂ ਹੋ ਰਿਹਾ। ਸ਼ੁਰੂ 'ਚ ਜਦੋਂ ਭੈੜੇ ਵਿਚਾਰਾਂ ਦੀ ਥਾਂ ਚੰਗੇ ਵਿਚਾਰ ਲਿਆਏਗਾ, ਉਹ ਵੇਖੇਗਾ ਉਹਦਾ ਮਨ ਜਲਦੀ ਮੁੜ ਭੈੜੇ ਵਿਚਾਰਾਂ ਵੱਲ ਚਲਾ ਜਾਂਦਾ ਹੈ। ਪਰ ਉਹਨੂੰ ਸ਼ੁਰੂ ਦੀ ਇਸ ਨਾਕਾਮੀ ਤੋਂ ਘਬਰਾਉਣਾ ਨਹੀਂ ਚਾਹੀਦਾ, ਇਸ ਉੱਤੇ ਅਮਲ ਕਰਦੇ ਰਹਿਣਾ ਚਾਹੀਦਾ ਹੈ। ਉਹ ਇਹ ਵੀ ਅਨੁਭਵ ਕਰੇਗਾ ਕਿ ਉਹਦਾ ਦਿਲ ਇਸ ਕੰਮ ਦੇ ਕਰਨ ਨੂੰ ਨਹੀਂ ਕਰਦਾ, ਪਰ ਜੇ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਉਹਦਾ ਨਿਸ਼ਚਾ ਪੱਕਾ ਹੈ ਤਾਂ ਇਸ ਮੁਸ਼ਕਲ ਨੂੰ ਵੀ ਪਾਰ ਕਰ ਲਏਗਾ। ਅਸੀਂ ਇਸ ਪੁਸਤਕ ਦੇ ਪਹਿਲੇ ਭਾਗ ਦੇ ਕਾਂਡ 2 'ਚ ਦੱਸ ਆਏ ਹਾਂ ਕਿ ਅਭਿਆਸ ਨਾਲ ਹਰ ਕੰਮ ਸਿੱਖਿਆ ਜਾ ਸਕਦਾ ਹੈ। ਹਰ ਮਨੁੱਖ ਵਿੱਚ ਨਵੀਆਂ ਗੱਲਾਂ ਸਿੱਖਣ ਦੀ ਸ਼ਕਤੀ ਹੈ। ਇੱਥੇ ਅਸੀਂ ਮਨੁੱਖ ਦੀ ਸਿੱਖਣ ਸ਼ਕਤੀ, ਲਰਨਿੰਗ ਪਾਵਰ ਦਾ ਕੰਮ ਲੈਣਾ ਹੈ। ਚਿੰਤਾਵਾਨ ਦੀ ਇਸ ਸਿੱਖਣ ਸ਼ਕਤੀ ਦੇ ਰਾਹੀਂ ਭੈੜੇ ਵਿਚਾਰਾਂ ਦੀ ਜਗ੍ਹਾ ਚੰਗੇ ਵਿਚਾਰ ਲਿਆਉਣੇ, ਚੇਤਨ ਵਿਚਾਰ ਸੰਜਮ ਸਿੱਖ ਸਕਦਾ ਹੈ। ਇਸ ਲਈ ਕੇਵਲ ਅਭਿਆਸ ਕਰਨ ਦੀ ਲੋੜ ਹੈ। ਸਾਡਾ ਯਕੀਨ ਹੈ 3-4 ਹਫ਼ਤੇ ਦੇ ਅਭਿਆਸ ਪਿੱਛੋਂ ਚਿੰਤਾਵਾਨ ਕਾਫੀ ਫਾਇਦਾ ਅਨੁਭਵ ਕਰਨ ਲੱਗ ਜਾਏਗਾ। ਇਹ ਗੱਲ ਅਸੀਂ ਫੇਰ ਦੁਹਰਾਉਂਦੇ ਹਾਂ। ਪਹਿਲਾ, ਚਿੰਤਾ ਤੋਂ ਛੁਟਕਾਰਾ ਪਾਉਣ ਦਾ ਕੇਵਲ ਇੱਕੋ ਹੀ ਰਾਹ ਹੈ ਤੇ ਉਹ ਹੈ ਚੇਤਨ ਵਿਚਾਰ ਸੰਜਮ। ਦੂਸਰਾ, ਚੇਤਨ ਵਿਚਾਰ ਸੰਜਮ ਕਰਨ ਸਮੇਂ ਇਹ ਕਠਿਨਾਈਆਂ ਆਉਣਗੀਆਂ। ਪਹਿਲਾ, ਮਨ ਮੁੜ ਕੇ ਭੈੜੇ ਵਿਚਾਰਾਂ ਵੱਲ ਜਾਏਗਾ ਤੇ ਦੂਸਰਾ, ਚੇਤਨ ਵਿਚਾਰ ਸੰਜਮ ਦਾ ਅਭਿਆਸ ਕਰਨ ਨੂੰ ਦਿਲ ਨਹੀਂ ਕਰੇਗਾ। ਪਰ ਜੇ ਚਿੰਤਾਵਾਨ ਦੀ ਚਿੰਤਾ ਤੋਂ ਛੁਟਕਾਰਾ ਪਾਉਣ ਦੀ ਇੱਛਾ ਡੂੰਘੀ ਤੇ ਇਰਾਦਾ ਪੱਕਾ ਹੈ ਤਾਂ ਉਹ ਇਹਨਾਂ ਦੋਹਾਂ ਮੁਸ਼ਕਲਾਂ ਨੂੰ ਜਲਦੀ ਪਾਰ ਕਰ ਜਾਏਗਾ। ਅਸੀਂ ਇਸ ਗੱਲ ਦਾ ਯਕੀਨ ਦਿਵਾਉਂਦੇ ਹਾਂ ਕਿ ਜੇ ਚਿੰਤਾਵਾਨ ਸਾਡੇ ਦੱਸੇ ਰਾਹ 'ਤੇ ਚੱਲੇਗਾ, ਪੂਰੇ ਦਿਲ ਨਾਲ ਚੇਤਨ ਵਿਚਾਰ ਸੰਜਮ ਦਾ ਅਭਿਆਸ ਕਰੇਗਾ ਤਾਂ ਉਹਨੂੰ ਬਹੁਤ ਲਾਭ ਹੋਏਗਾ। ਅਸੀਂ ਚਿੰਤਾਵਾਨਾਂ ਨੂੰ ਸਲਾਹ ਦੇਵਾਂਗੇ ਕਿ 3-4 ਹਫ਼ਤੇ ਲਈ ਇਸ ਤਰੀਕੇ ਦੀ ਅਜ਼ਮਾਇਸ਼ ਕਰਕੇ ਵੇਖਣ। ਸਾਨੂੰ ਪੂਰੀ ਆਸ ਹੈ ਕਿ ਉਹ ਆਪਣੇ ਅੰਦਰ ਇਸ ਪਿੱਛੋਂ ਕਾਫੀ ਫਰਕ ਤੇ ਤਬਦੀਲੀ ਅਨੁਭਵ ਕਰਨਗੇ। ਇੰਜ ਕਰਨ ਨਾਲ ਕੇਵਲ ਚਿੰਤਾ ਹੀ ਦੂਰ ਨਹੀਂ ਹੋਏਗੀ, ਬਲਕਿ ਇਸ ਤੋਂ ਪੈਦਾ ਹੋਈ ਲੱਛਣ ਤੇ ਚਿੰਨ੍ਹ, ਦਿਲ ਦਾ ਧੜਕਾ, ਚੱਕਰ ਆਉਣੇ, ਕਬਜ਼, ਪੇਟ 'ਚ ਹਵਾ, ਨੀਂਦ ਨਾ ਆਉਣੀ, ਦਰਦਾਂ ਆਦਿ ਵੀ ਠੀਕ ਹੋ ਜਾਣਗੇ। ਭੈੜੇ ਵਿਚਾਰਾਂ 'ਤੇ ਕਾਬੂ ਪਾਉਣ ਵਾਸਤੇ ਬਹੁਤਾ ਜ਼ੋਰ ਲਾਉਣ ਜਾਂ ਕਚੀਚੀਆਂ ਵੱਟਣ ਦੀ ਲੋੜ ਨਹੀਂ। ਇਸ ਕੰਮ ਨੂੰ ਬੜੇ ਆਰਾਮ ਤੇ ਸ਼ਾਂਤੀ ਨਾਲ ਕਰਨਾ ਚਾਹੀਦਾ ਹੈ। ਇਸ ਵਿੱਚ ਸਫਲਤਾ ਨਿਰੀਆਂ ਗੱਲਾਂ ਤੇ ਨਿਰੀ ਇੱਛਾ ਨਾਲ ਪ੍ਰਾਪਤ ਨਹੀਂ ਹੁੰਦੀ। ਇਹਦੀ ਕਾਮਯਾਬੀ ਲਈ ਪੱਕੇ ਨਿਸ਼ਚੇ ਨਾਲ ਚੇਤਨ ਵਿਚਾਰ ਸੰਜਮ ਦਾ ਅਭਿਆਸ ਕਰਨ ਦੀ ਲੋੜ ਹੈ। ਤੁਹਾਡਾ ਮੁੱਖ ਵਿਚਾਰ, ਕੀ ਥਾਟ, ਇਹ ਵਿਚਾਰ ਹਰ ਵੇਲੇ ਤੁਹਾਡੇ ਅੰਗ ਸੰਗ ਹੋਣਾ ਚਾਹੀਦਾ ਹੈ। ਅੱਜ ਮੈਂ ਆਪਣੇ ਵਿਚਾਰ ਤੇ ਵਤੀਰਾ ਬਿਲਕੁਲ ਸ਼ਾਂਤ ਤੇ ਖੁਸ਼ ਰੱਖਾਂਗਾ। ਦੁਨੀਆ ਦੇ ਪ੍ਰਸਿੱਧ ਫਰਾਂਸ ਦੇ ਰਹਿਣ ਵਾਲੇ ਫਿਲਾਸਫਰ ਮਿਸਟਰ ਐਮਿਲ ਲੂਏ ਨੇ ਅਰੋਗ ਤੇ ਪ੍ਰਸੰਨ ਜੀਵਨ ਪ੍ਰਾਪਤ ਕਰਨ ਲਈ ਦੁਨੀਆ ਨੂੰ ਇਹ ਵਿਚਾਰ ਦਿੱਤਾ ਸੀ ਕਿ ਮੈਂ ਦਿਨ ਬ ਦਿਨ ਹਰ ਤਰ੍ਹਾਂ ਚੰਗੇਰਾ ਹੁੰਦਾ ਜਾ ਰਿਹਾ ਹਾਂ। Day by day, in every way, I am getting a better and better, a mile co. ਜਿਨ੍ਹਾਂ ਲੋਕਾਂ ਇਸ ਸ਼ਬਦ ਨੂੰ ਵਿਸ਼ਵਾਸ ਨਾਲ ਅਪਣਾ ਲਿਆ, ਉਹਨਾਂ ਦਾ ਜੀਵਨ ਹੀ ਬਦਲ ਗਿਆ। ਜਿਨ੍ਹਾਂ ਇਹਨੂੰ ਮਜ਼ਾਕ 'ਚ ਲਿਆ, ਉਹ ਇਸ ਵਿਚਾਰ 'ਚ ਭਰੀ ਸ਼ਕਤੀ ਤੋਂ ਵਾਂਝੇ ਰਹਿ ਗਏ। ਇਸ ਵਿਚਾਰ ਨੂੰ ਹਰ ਵੇਲੇ ਆਪਣੇ ਮਨ 'ਚ ਦੁਹਰਾਉਂਦੇ ਜਾਓ ਤਾਂ ਕਿ ਇਹ ਤੁਹਾਡੇ ਦਿਮਾਗ 'ਚ ਪੂਰੀ ਤਰ੍ਹਾਂ ਘਰ ਕਰ ਜਾਏ। ਤੁਹਾਨੂੰ ਸਾਸ ਗਿਰਾਸ ਇਸ ਵਿਚਾਰ ਦਾ ਸਿਮਰਨ ਕਰਨਾ ਚਾਹੀਦਾ ਹੈ। ਅੱਜ ਮੈਂ ਆਪਣੇ ਵਿਚਾਰ ਤੇ ਵਤੀਰਾ ਸ਼ਾਂਤ ਤੇ ਖੁਸ਼ ਰੱਖਾਂਗਾ।
ਇਹ ਸ਼ਬਦ ਤੁਹਾਡੇ ਜੀਵਨ ਦਾ ਇੱਕ ਅੰਗ ਬਣ ਜਾਣਾ ਚਾਹੀਦਾ ਹੈ। ਦਿਨ ਹੋਵੇ ਜਾਂ ਰਾਤ, ਕੁਝ ਵੀ ਕਿਉਂ ਨਾ ਪਿਆ ਹੋਵੇ, ਤੁਹਾਨੂੰ ਇਸ ਦੀ ਲਿਲ ਲੱਗੀ ਰਹਿਣੀ ਚਾਹੀਦੀ ਹੈ। ਅੱਜ ਮੈਂ ਆਪਣੇ ਵਿਚਾਰ ਤੇ ਵਤੀਰਾ ਸ਼ਾਂਤ ਤੇ ਖੁਸ਼ ਰੱਖਾਂਗਾ। ਇਸ ਮੁੱਖ ਵਿਚਾਰ ਦਾ ਤੁਹਾਨੂੰ ਇਹ ਲਾਭ ਹੋਏਗਾ, ਜਦ ਵੀ ਤੁਹਾਨੂੰ ਕੋਈ ਭੈੜੇ ਵਿਚਾਰ ਆਉਣਗੇ ਜਾਂ ਤੁਹਾਡਾ ਕਿਸੇ ਨਾਲ ਲੜਾਈ ਝਗੜਾ ਹੋਣ ਲੱਗੇਗਾ, ਇਹ ਤੁਹਾਨੂੰ ਚੇਤਾਵਨੀ ਕਰਾਏਗਾ ਕਿ ਤੁਸੀਂ ਆਪਣੇ ਵਿਚਾਰਾਂ ਤੇ ਵਤੀਰੇ ਨੂੰ ਸ਼ਾਂਤ ਤੇ ਆਨੰਦਮਈ ਰੱਖਣਾ ਹੈ। ਇਸ ਤਰ੍ਹਾਂ ਇਹ ਤੁਹਾਨੂੰ ਕਰੋਪ ਵਿੱਚ ਆਉਣ ਤੋਂ, ਚਿੜਚਿੜੇ ਬਣਨ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਤੋਂ ਰੋਕੇਗਾ। ਦਿਨ 'ਚ ਕਈ ਵਾਰੀ ਤੁਹਾਨੂੰ ਕੋਈ ਦੁੱਖ, ਚਿੰਤਾ ਜਾਂ ਪਰੇਸ਼ਾਨੀ ਆਉਣ ਲੱਗੇਗੀ। ਉਸ ਵੇਲੇ ਆਪਣੇ ਮਨ 'ਚ ਆਖੋ, ਮੈਂ ਤਾਂ ਅੱਜ ਆਪਣੇ ਵਿਚਾਰ ਤੇ ਵਤੀਰਾ ਸ਼ਾਂਤ ਤੇ ਖੁਸ਼ ਰੱਖਣਾ ਹੈ। ਇਹ ਆਖ ਕੇ ਸ਼ਾਂਤੀ ਤੇ ਖੁਸ਼ੀ ਦੇ ਵਿਚਾਰ ਆਪਣੇ ਮਨ 'ਚ ਲੈ ਆਓ। ਡਰ, ਫਿਕਰ ਤੇ ਨਫ਼ਰਤ ਦੀ ਥਾਂ ਤੇ ਪਿਆਰ, ਸ਼ਾਂਤੀ, ਹੌਸਲੇ ਤੇ ਚੜ੍ਹਦੀ ਕਲਾ ਦੇ ਵਿਚਾਰਾਂ ਨੂੰ ਮਨ 'ਚ ਲੈ ਆਓ। ਉਦਾਹਰਨ, ਫਰਜ਼ ਕਰੋ ਤੁਹਾਡਾ ਕਿਸੇ ਨਾਲ ਮਾੜੀ ਜਿਹੀ ਗੱਲ ਤੇ ਕੋਈ ਝਗੜਾ ਹੋ ਜਾਂਦਾ ਹੈ, ਤੁਹਾਨੂੰ ਕ੍ਰੋਧ ਆ ਜਾਂਦਾ ਹੈ, ਤੁਹਾਡੀ ਤਬੀਅਤ ਖਰਾਬ ਹੋ ਜਾਂਦੀ ਹੈ। ਮੈਂ ਆਪਣੇ ਵਿਚਾਰ ਤੇ ਵਤੀਰਾ ਸਦਾ ਸ਼ਾਂਤ ਤੇ ਖੁਸ਼ ਰੱਖਾਂਗਾ ਦਾ ਮੁੱਖ ਵਿਚਾਰ ਆਉਣ ਤੋਂ ਪਹਿਲਾਂ ਹੀ ਤੁਹਾਡੇ ਅੰਦਰ ਖਿਚਾਅ ਸ਼ੁਰੂ ਹੋ ਜਾਂਦਾ ਹੈ। ਪਰ ਜਿਸ ਵੇਲੇ ਵੀ ਤੁਹਾਨੂੰ ਮੁੱਖ ਵਿਚਾਰ ਯਾਦ ਆ ਜਾਏ, ਤੁਸੀਂ ਚਿੰਤਨ ਵਿਚਾਰ ਸੰਜਮ ਦੇ ਅਮਲ ਸ਼ੁਰੂ ਕਰ ਦਿਓ। ਆਪਣਾ ਧਿਆਨ ਚੰਗੇ ਵਿਚਾਰਾਂ ਵੱਲ ਲੈ ਜਾਓ, ਤਾਂ ਕਿ ਤੁਹਾਡੇ ਅੰਦਰੋਂ ਸਰੀਰ ਨੂੰ ਖਿੱਚ ਪਾਉਣ ਵਾਲੀਆਂ ਭੈੜੀਆਂ ਤਰੰਗਾਂ ਦੀ ਥਾਂ ਤੇ ਖੁਸ਼ੀ ਤੇ ਸ਼ਾਂਤੀ ਦੀਆਂ ਤਰੰਗਾਂ ਨਿਕਲਣ। ਇਸ ਤਰ੍ਹਾਂ ਤੁਹਾਡੇ ਸਰੀਰ ਦਾ ਖਿਚਾਅ ਦੂਰ ਹੋ ਜਾਏਗਾ। ਤੇ ਜੇ ਤੁਸੀਂ ਆਪਣੇ ਮੁੱਖ ਵਿਚਾਰ ਲਿਖ ਕੇ ਵੱਖ-ਵੱਖ ਜਗ੍ਹਾ ਤੇ ਰੱਖੋ ਤਾਂ ਬਹੁਤ ਹੀ ਚੰਗਾ ਹੋਏਗਾ। ਤੁਸੀਂ ਇਹਨੂੰ ਲਿਖ ਕੇ ਆਪਣੀ ਜੇਬ 'ਚ, ਮੇਜ਼ ਉੱਤੇ, ਦੁਕਾਨ ਤੇ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਇਹ ਤੁਹਾਨੂੰ ਬਾਰ-ਬਾਰ ਚੇਤੇ ਆਉਂਦਾ ਰਹੇਗਾ। ਚਿੰਤਾਵਾਨ ਵੇਖੇਗਾ, ਉਸ ਲਈ ਪਹਿਲਾਂ ਇੰਜ ਕਰਨਾ ਕੁਝ ਔਖਾ ਹੈ। ਨਿੱਤ ਦੇ ਝਮੇਲਿਆਂ 'ਚੋਂ ਆਪਣੇ ਮੁੱਖ ਵਿਚਾਰ ਨੂੰ ਭੁੱਲ ਜਾਂਦਾ ਹੈ, ਪਰ ਹਰ ਰੋਜ਼ ਦੇ ਅਭਿਆਸ ਨਾਲ ਉਹ ਇੰਜ ਕਰਨਾ ਸਿੱਖ ਜਾਏਗਾ। ਇਸ ਤਰ੍ਹਾਂ ਕਰਨਾ ਉਹਦੀ ਇੱਕ ਆਦਤ ਬਣ ਜਾਏਗੀ। ਕਿਸੇ ਗੱਲ ਜਾਂ ਕੰਮ ਨੂੰ ਕੁਝ ਸਮੇਂ ਲਈ ਇੱਕੋ ਹੀ ਤਰ੍ਹਾਂ ਲਗਾਤਾਰ ਕਰਦੇ ਰਹਿਣ ਪਿੱਛੋਂ ਉਹ ਸਾਡੀ ਆਦਤ ਬਣ ਜਾਂਦੀ ਹੈ। ਇਸ ਲਈ ਚਿੰਤਾਵਾਨ ਨੂੰ ਦਿਲ ਛੱਡਣ ਦੀ ਲੋੜ ਨਹੀਂ। ਅਭਿਆਸ ਨਾਲ ਮੁੱਖ ਵਿਚਾਰ ਕੁਝ ਸਮੇਂ ਪਿੱਛੋਂ ਆਪਣੇ ਆਪ ਹੀ ਹਰ ਵੇਲੇ ਉਹਦੇ ਅੰਗ ਸੰਗ ਰਹਿਣ ਲੱਗ ਪਏਗਾ। ਇਸ ਤਰ੍ਹਾਂ ਉਹ ਭੈੜੇ ਵਿਚਾਰਾਂ ਦੀ ਥਾਂ ਤੇ ਖੁਸ਼ੀ ਭਰੇ ਵਿਚਾਰ ਲਿਆਉਣੇ ਸਿੱਖ ਜਾਏਗਾ। ਚਿੰਤਾ ਤੋਂ ਛੁਟਕਾਰਾ ਪਾਉਣ ਲਈ ਉਹਨੂੰ ਬਸ ਕੇਵਲ ਇਸ ਚੀਜ਼ ਦੀ ਹੀ ਲੋੜ ਹੈ। ਚੇਤਨ ਵਿਚਾਰ ਸੰਜਮ ਦੇ ਨਾਲ ਨਾਲ ਜੇਕਰ ਤੁਸੀਂ ਕੋਈ ਸ਼ੁਗਲ ਵੀ ਰੱਖੋ, ਬਹੁਤ ਹੀ ਚੰਗਾ ਹੈ। ਖੇਤੀਬਾੜੀ, ਤਰਖਾਣਾ ਕੰਮ, ਤਸਵੀਰਾਂ ਬਣਾਉਣੀਆਂ, ਕਿਤਾਬਾਂ ਪੜ੍ਹਨੀਆਂ ਆਦਿ, ਇਹਨਾਂ ਵਿੱਚੋਂ ਜਿਹੜਾ ਵੀ ਜੀ ਪਰਚਾਵਾ ਜਾਂ ਹੌਬੀ ਤੁਹਾਨੂੰ ਪਸੰਦ ਹੈ, ਉਹਨੂੰ ਤੁਸੀਂ ਅਪਣਾ ਸਕਦੇ ਹੋ। ਕੰਮ ਕਰਨ ਨਾਲ ਵੀ ਧਿਆਨ ਭੈੜੇ ਪਾਸੇ ਤੋਂ ਚੰਗੇ ਪਾਸੇ ਵੱਲ ਚਲਾ ਜਾਂਦਾ ਹੈ। ਦੂਜੇ, ਇਸ ਨਾਲ ਮਨੁੱਖ ਦੇ ਮਨ ਨੂੰ ਸੰਤੋਖ ਤੇ ਸ਼ਾਂਤੀ ਮਿਲਦੀ ਹੈ। ਸ਼ੁਗਲ ਬੇਚੈਨ ਤੇ ਦੁਖੀ ਮਨ ਤੇ ਮੱਲਮ ਵਾਂਗੂ ਅਸਰ ਕਰਦਾ ਹੈ। ਧੰਨਵਾਦ।